वाहेगुरु वाहेगुरु सतनाम वाहेगुरु 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 सतनाम। आस्ट्रे दे प्यारे दर्शकों, डॉक्टर विश्व बंधु दी तुहानू प्यार भरी सत श्री अकाल। अज एक बार फिर असी लड़ीवार प्रोग्राम इतिहासिक अमृतसर लैके तुहाडे अगे हाजिर होए हैं। इस प्रोग्राम दे विच असी तुहानू लैके चल रहे हैं इस बार दरबार साहब तरन तारण जिसकी सिरजना पंजवें गुरु अर्जन देव जी ने करवाई और इत्थे दरबार साहब की उसारी पूरी की। दरबार साहब अज एक बड़ा महत्वपूर्ण तीर्थ स्थल बन गया है। दरबार साहब अमृतसर के बाद दरबार साहब तरन तारण का नाम दूजे नंबर पर आता है। इसका सरोवर सब तो वड्डा है और इसकी देखने वाली नेम इमारत दरबार साहब की, जिसके बारे असी आओ थानू जानकारी दईए और थानू दरबार साहब जी के दर्शन कराइए। वाहेगुरु वाहेगुरु सतनाम वाहेगुरु 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 सतनाम वाहेगुरु
ਗੁਰਦੁਆਰਾ ਤਰਨਤਾਰਨ ਦਰਬਾਰ ਸਾਹਿਬ, ਇਸ ਦੀ ਸਭ ਤੋਂ ਵੱਡੀ ਮਹਾਨਤਾ ਇਹ ਹੈ ਕਿ ਇਸ ਦਾ ਸਰੋਵਰ ਸਭ ਤੋਂ ਵੱਡਾ ਹੈ ਔਰ ਇਸ ਸਰੋਵਰ ਦੇ ਵਿੱਚ, ਇਸ ਪਾਣੀ ਦੇ ਵਿੱਚ ਚਮਤਕਾਰੀ ਗੁਣ ਮੌਜੂਦ ਨੇ। ਜਿਹੜਾ ਵੀ ਇੱਥੇ ਆ ਕੇ ਇਸ਼ਨਾਨ ਕਰਦਾ ਹੈ ਉਹ ਕਈ ਬਿਮਾਰੀਆਂ ਤੋਂ ਮੁਕਤੀ ਪਾ ਜਾਂਦਾ ਹੈ। ਮੈਨੂੰ ਯਾਦ ਹੈ ਜਦ ਮੈਂ ਛੋਟਾ ਸੀ ਤੇ ਸਾਡੇ ਮਾਂ-ਬਾਪ ਸਾਨੂੰ ਤਰਨਤਾਰਨ ਗੁਰਦੁਆਰੇ ਦੇ ਦਰਸ਼ਨ ਕਰਨ ਲਈ ਲਿਆਂਦੇ ਸੀ। ਇਸ ਦਾ ਮੁੱਖ ਕਾਰਨ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਫੋੜੇ ਫਿੰਸੀਆਂ ਆਮ ਨਿਕਲਦੇ ਸਨ ਔਰ ਮੇਰੀ ਮਾਂ, ਮੈਨੂੰ ਅੱਜ ਵੀ ਯਾਦ ਹੈ, 5 ਪੈਸੇ ਤੇ ਝਾੜੂ ਇੱਥੇ ਚੜਾਉਂਦੇ ਸਨ। ਅਸੀਂ ਦਰਬਾਰ ਸਾਹਿਬ ਮੱਥਾ ਟੇਕਦੇ ਔਰ ਵਾਪਸ ਜਾਂਦੇ। ਇਹੀ ਮਾਨਤਾ ਅੱਜ ਵੀ ਤਰਨਤਾਰਨ ਦਰਬਾਰ ਸਾਹਿਬ ਬਾਰੇ ਮਸ਼ਹੂਰ ਹੈ। ਲੋਕ ਇੱਥੇ ਆਉਂਦੇ ਨੇ, ਬਾਹਰ ਝਾੜੂ, ਨਮਕ ਔਰ ਨਾਲ ਜੋ ਸ਼ਰਧਾ ਭਾਵ ਹੁੰਦਾ ਹੈ ਉਸ ਦਾ ਦਾਨ ਚੜ੍ਹਾਉਂਦੇ ਨੇ ਔਰ ਬਿਮਾਰੀਆਂ ਤੋਂ ਮੁਕਤੀ ਪਾਉਂਦੇ ਨੇ। ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ, ਵਾਹਿਗੁਰੂ। ਅਸੀਂ ਖੜੇ ਹਾਂ ਇਸ ਵਕਤ ਦਰਬਾਰ ਸਾਹਿਬ ਤਰਨਤਾਰਨ, ਜਿਸ ਦੀ ਉਸਾਰੀ 5ਵੇਂ ਗੁਰੂ ਅਰਜਨ ਦੇਵ ਜੀ ਨੇ ਕਰਵਾਈ। ਇਸ ਦੀ ਜ਼ਮੀਨ, ਇਸ ਦੇ ਨਾਲ ਹੀ ਲੱਗਦਾ ਪਿੰਡ ਠਾਠਾ ਖਾਰਾ, ਉੱਥੇ ਦੇ ਚੌਧਰੀ ਅਮਰੀਕ ਸਿੰਘ, ਉਹਨਾਂ ਨੇ ਅਮਰੀਕ ਸਿੰਘ ਢਿੱਲੋਂ ਕੋਲੋਂ ਇਹ ਜ਼ਮੀਨ ਮੁੱਲੇ ਲਈ ਔਰ ਇੱਥੇ ਸਰੋਵਰ ਦੀ ਉਸਾਰੀ ਕਰਵਾਈ। ਇਹ ਸਰੋਵਰ ਸਭ ਤੋਂ ਵੱਡਾ ਸਰੋਵਰ ਹੈ ਔਰ ਇਸ ਦੀ ਲੰਬਾਈ ਚੌੜਾਈ 299 ਤੇ 230 ਮੀਟਰ ਹੈ। ਇਸ ਸਰੋਵਰ ਦੀ ਪਰਿਕਰਮਾ ਦੇ ਬਿਲਕੁਲ ਇੱਕ ਕਿਨਾਰੇ ਦੇ ਵਿੱਚ 4 ਇਸ ਦੀਆਂ ਦਰਸ਼ਨ ਜੋੜੀਆਂ ਨੇ। ਮਤਲਬ ਚਾਰੋਂ ਪਾਸੇ ਇਸ ਦਰਬਾਰ ਸਾਹਿਬ ਦੇ ਵਿੱਚ ਅੰਦਰ ਆਇਆ ਜਾ ਸਕਦਾ ਹੈ। ਇਸ ਵਕਤ ਮੈਂ ਤਰਨਤਾਰਨ ਦਰਬਾਰ ਸਾਹਿਬ ਦੇ ਮੁੱਖ ਦੁਆਰ ਤੇ ਖੜਾ ਹਾਂ ਔਰ ਮੇਰੇ ਪਿੱਛੇ ਤੁਸੀਂ ਦਰਬਾਰ ਸਾਹਿਬ ਔਰ ਖੱਬੇ ਪਾਸੇ ਤੁਸੀਂ ਇਸ ਦੀ ਦਰਸ਼ਨ ਜੋੜੀ ਦੇਖ ਸਕਦੇ ਹੋ, ਜਿੱਥੋਂ ਲੋਕ ਆ ਕੇ ਮੱਥਾ ਟੇਕਦੇ ਨੇ। ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ ਸਤਿਨਾਮ। ਗੁਰੂ ਅਰਜਨ ਦੇਵ ਜੀ ਨੇ ਇਸ ਦਰਬਾਰ ਸਾਹਿਬ ਦੀ ਉਸਾਰੀ ਪੂਰੀ ਕਰਵਾਈ ਔਰ ਇਸ ਦੀ ਨੀਂਹ ਪੱਥਰ ਬਾਬਾ ਬੁੱਢਾ ਜੀ ਕੋਲੋਂ ਰਖਵਾਇਆ। ਦਰਬਾਰ ਸਾਹਿਬ ਤਰਨਤਾਰਨ ਅੱਜ ਇੱਕ ਮਹੱਤਵਪੂਰਨ ਸਿੱਖਾਂ ਦਾ ਹੀ ਨਹੀਂ, ਸਾਰੇ ਹਿੰਦੁਸਤਾਨ ਦੇ ਲੋਕਾਂ ਦਾ, ਸਾਰੀ ਦੁਨੀਆ ਦਾ ਇੱਕ ਮਹੱਤਵਪੂਰਨ ਧਾਰਮਿਕ ਸਥਲ ਹੈ, ਜਿੱਥੇ ਲੋਕ ਆਪਣੇ ਦੁੱਖ ਨਿਵਾਰਨ ਦੇ ਲਈ ਆਉਂਦੇ ਨੇ, ਮੰਨਤਾਂ ਮੰਗਦੇ ਨੇ ਤੇ ਪੂਰੀਆਂ ਪਾਉਂਦੇ ਨੇ। ਇਸ ਦਰਬਾਰ ਸਾਹਿਬ ਦੇ ਇਤਿਹਾਸ ਬਾਰੇ, ਜਿਸ ਵਕਤ ਮਹਾਰਾਜਾ ਰਣਜੀਤ ਸਿੰਘ ਇੱਥੇ ਆਏ ਤੇ ਉਹਨਾਂ ਨੇ ਇਸ ਦੇ ਉੱਪਰ ਸੋਨੇ ਦਾ ਪੱਤਲ ਚੜ੍ਹਾਇਆ। ਇਸ ਤੋਂ ਇਲਾਵਾ ਉਹਨਾਂ ਨੇ ਦੋਨੋਂ ਪਾਸੇ ਇਸ 'ਤੇ ਸੀੜੀਆਂ ਦਾ, ਪੌੜੀਆਂ ਦਾ ਨਿਰਮਾਣ ਕੀਤਾ, ਜਿਹਦੀ ਰਾਹੀਂ ਜਾ ਕੇ ਇਸ਼ਨਾਨ ਕੀਤਾ ਜਾ ਸਕਦਾ ਸੀ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਇੱਥੇ ਉਸਾਰੀ ਦਾ ਕੰਮ ਕਰਾਇਆ ਔਰ ਉਸ ਤੋਂ ਬਾਅਦ ਨੌਨਿਹਾਲ ਸਿੰਘ ਨੇ ਇੱਥੇ ਇੱਕ ਮੀਨਾਰ ਬਣਵਾਈ। ਉਸ ਦੀ ਮਨਸ਼ਾ ਤੇ ਸੀਗੀ 4 ਮੀਨਾਰਾਂ ਬਣਵਾਉਣ ਦੀ, ਲੇਕਿਨ ਉਹ ਇੱਕ ਹੀ ਪੂਰੀ ਕਰ ਸਕੇ, ਬਾਕੀ 3 ਪੂਰੀਆਂ ਨਹੀਂ ਹੋ ਸਕੀਆਂ। ਉਹ ਮੀਨਾਰ ਅਸੀਂ ਅੱਜ ਵੀ ਇਸ ਦੇ ਖੱਬੇ ਪਾਸੇ ਸਥਿਤ ਦੇਖ ਸਕਦੇ ਹਾਂ। ਇਹ ਮੀਨਾਰ 156 ਫੁੱਟ ਉੱਚੀ ਹੈ ਔਰ ਬੜੀ ਹੀ ਖੂਬਸੂਰਤ ਔਰ ਉਸ ਵਕਤ ਦੀ ਕਲਾ ਦਾ ਨਮੂਨਾ ਪ੍ਰਗਟ ਕਰਦੀ ਹੈ। ਤਰਨਤਾਰਨ ਸਰੋਵਰ ਰਣਜੀਤ ਸਿੰਘ ਜੀ ਦੇ ਬਾਅਦ ਇਹਦੇ ਤੇ ਇਸ ਪਾਸੇ ਭੰਗੀ ਸਰਦਾਰਾਂ ਦਾ ਕਬਜ਼ਾ ਹੋ ਗਿਆ ਔਰ ਉਹਨਾਂ ਨੇ ਇੱਥੇ ਦੀ ਉਸਾਰੀ ਔਰ ਇੱਥੇ ਦੀ ਦੇਖ ਰੇਖ ਕੀਤੀ। ਸਤਿਨਾਮ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ 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 ਪਿਆਰੇ ਦਰਸ਼ਕੋ, ਮੇਰੇ ਨਾਲ ਨੇ ਦਰਬਾਰ ਸਾਹਿਬ ਤਰਨਤਾਰਨ ਦੇ ਹੈੱਡ ਗ੍ਰੰਥੀ ਗਿਆਨੀ ਸਤਪਾਲ ਸਿੰਘ ਜੀ। ਆਓ ਇਹਨਾਂ ਦੇ ਕੋਲੋਂ ਤਰਨਤਾਰਨ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਗਿਆਨੀ ਜੀ, ਸਾਨੂੰ ਤਰਨਤਾਰਨ ਦੇ ਇਤਿਹਾਸ ਬਾਰੇ ਜਾਣਕਾਰੀ ਦਿਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਪਵਿੱਤਰ ਧਰਤੀ ਜਿਸ ਦਾ ਨਾਮ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਕਰਕੇ ਪ੍ਰਚਲਿਤ ਹੈ, ਜਿਸ ਪਾਵਨ ਨਗਰੀ ਨੂੰ ਵੀ ਤੇ ਇਸ ਪਾਵਨ ਪਵਿੱਤਰ ਅਸਥਾਨਾਂ ਨੂੰ ਵੀ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਗਟ ਕੀਤਾ। ਇੱਥੇ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਪਾਵਨ ਸਰੋਵਰ ਦੀ ਖੁਦਵਾਈ ਕਰਾਈ। ਪਾਵਨ ਸਰੋਵਰ ਜਿਹੜਾ ਸੀ ਉਹ ਪ੍ਰਾਰੰਭ ਕੀਤਾ। ਇਸ ਇਲਾਕੇ ਦੀਆਂ ਸੰਗਤਾਂ ਦੇ ਕੋਲੋਂ ਇਸ ਜ਼ਮੀਨ ਨੂੰ ਖਰੀਦਿਆ ਗਿਆ, ਜਿਵੇਂ ਖਾਰਾ ਪਿੰਡ, ਪਲਾਸੌਰ ਪਿੰਡ ਇਤਿਆਦਿਕ ਨੇੜੇ ਦੇ ਪਿੰਡਾਂ ਦੇ ਕੋਲੋਂ 1,57,000 ਰੁਪਏ ਦੀ ਇਹ ਜ਼ਮੀਨ ਖਰੀਦੀ ਗਈ ਤੇ ਇਸ ਜ਼ਮੀਨ ਨੂੰ ਖਰੀਦ ਕਰਕੇ 17 ਵਿਸਾਖ 1687 ਨੂੰ ਇਸ ਸਰੋਵਰ ਦੀ ਖੁਦਵਾਈ ਜਿਹੜੀ ਉਹ ਪ੍ਰਾਰੰਭ ਕੀਤੀ। ਉਸ ਵਕਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬੜੇ ਬੜੇ ਇੱਟਾਂ ਦੇ ਆਵੇ ਲਗਾਏ ਤੇ ਇੱਥੇ ਇੱਕ ਜਿਹੜਾ ਜ਼ਾਲਮ ਸੀ ਜਿਸ ਦਾ ਨਾਮ ਇਤਿਹਾਸ ਵਿੱਚ ਆਇਆ ਅਮੀਰ ਦੀਨ ਜਿਹੜਾ ਖਾਨ, ਉਹ ਨੂਰ ਦੀ ਸਰਾਂ ਦੇ ਵਿੱਚ ਰਹਿੰਦਾ ਸੀ। ਉੱਥੇ ਇੱਕ ਸਰਾਂ ਬਣਾ ਰਿਹਾ ਸੀ। ਗੁਰੂ ਅਰਜਨ ਦੇਵ ਜੀ ਨੇ ਇਸ ਸਰੋਵਰ ਨੂੰ ਪੱਕਾ ਕਰਨਾ ਚਾਹਿਆ, ਲੇਕਿਨ ਉਹਨੇ ਆਪਣੀ ਹਕੂਮਤ ਦਾ ਜ਼ੋਰ ਚਲਾਉਂਦਿਆਂ ਹੋਇਆਂ ਸੰਮਤ 1653 ਦੇ ਵਿੱਚ ਇਸ ਬਣਾਏ ਹੋਏ ਆਵਿਆਂ ਦੀਆਂ ਸਰੋਵਰ ਵਾਸਤੇ ਜਿੰਨੀਆਂ ਇੱਟਾਂ ਸੀ, ਉਸ ਇੱਟਾਂ ਨੂੰ ਸਾਰੀਆਂ ਨੂੰ ਚੁੱਕ ਕਰਕੇ ਤੇ ਆਪਣੀ ਸਰਾਂ ਦੇ ਉੱਤੇ ਲਾ ਲਿਆ। ਉਸ ਵਕਤ ਇਹ ਜਦੋਂ ਰਕਾ ਲਈ ਤੇ ਇਹਦੀਆਂ ਜਿੰਨੀਆਂ ਇੱਟਾਂ ਸੀ ਆਵੇ ਦੀਆਂ ਚੁੱਕ ਕੇ ਲੈ ਗਿਆ। ਇਹਨਾਂ ਦੀ ਸਰੋਵਰ ਦੀ ਜਿਹੜੀ ਖੁਦਵਾਈ ਸੀ ਉੱਥੇ ਰਹਿ ਗਈ। ਸਮਾਂ ਪੈਣ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਸਮਾਂ ਆਵੇਗਾ ਜਦੋਂ ਖਾਲਸਾ ਪੰਥ ਜਿਹੜਾ ਹੈ ਆਪਣੀ ਹੋਂਦ ਵਿੱਚ ਆਵੇਗਾ ਤੇ ਇਹ ਸਾਰੀਆਂ ਇੱਟਾਂ ਜਿਹੜੀਆਂ ਨੂਰ ਦੀ ਸਰਾਂ ਦੀਆਂ ਨੇ ਉਸ ਜ਼ਾਲਮ ਅਮੀਰ ਦੀਨ ਸਰਾਏ ਦੇ ਕੋਲੋਂ ਚੁੱਕ ਕਰਕੇ ਲਿਆ ਕਰਕੇ ਤੇ ਇੱਥੇ ਦੁਬਾਰਾ ਲਗਾਵੇਗਾ। ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ। ਸੰਮਤ 1823 ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੇ ਉਹ ਨੂਰ ਦੀ ਸਰਾਂ ਦੀਆਂ ਸਾਰੀਆਂ ਇੱਟਾਂ ਚੁੱਕ ਕਰਕੇ ਤੇ ਇਸ ਸਰੋਵਰ ਦੇ ਵਿੱਚ ਲਿਆਂਦੀਆਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਸਰੋਵਰ ਦਾ, ਪਾਵਨ ਧਰਤੀ ਦਾ, ਨਗਰੀ ਦਾ ਨਾਮ ਰੱਖਿਆ ਤਰਨਤਾਰਨ ਸਾਹਿਬ, ਜਿਹਨੂੰ ਬਾਣੀ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਦੀਨ ਦਰਦ ਨਿਵਾਰ ਠਾਕੁਰ ਰਾਖੇ ਆ ਜਨ ਕੀ ਆਪ, ਤਰਨਤਾਰਨ ਹਰ ਨਿਧ ਦੁਖ ਨਾ ਸਕੇ ਵਿਆਪ। ਇਹ ਪਾਵਨ ਧਰਤੀ ਗੁਰੂ ਅਰਜਨ ਦੇਵ ਜੀ ਨੇ ਬੇਅੰਤ ਹੀ ਉਹਨਾਂ ਸਾਰੇ ਸੰਸਾਰ ਦੇ ਭਲੇ ਵਾਸਤੇ ਅਤੇ ਦਿੱਲੀ ਤੇ ਲਾਹੌਰ ਦੇ ਰਸਤੇ ਦੇ ਉੱਤੇ ਪ੍ਰਗਟ ਕੀਤੀ, ਜਿੱਥੇ ਬੇਅੰਤ ਹੀ ਸੰਗਤਾਂ ਜਿਹੜੀਆਂ ਨੇ ਆਪਣੇ ਦੁੱਖ ਰੋਗ ਜਿਹੜੇ ਨੇ ਨਾਸ਼ ਕਰਦੀਆਂ ਨੇ। ਅੱਜ ਵੀ ਇਸ ਧਰਤੀ ਤੇ ਮੱਸਿਆ ਦਾ ਦਿਹਾੜਾ, ਚੌਦਸ ਦਾ ਦਿਹਾੜਾ ਜਿਹੜਾ ਹੈ, ਗੁਰੂ ਕੀਆਂ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਆ ਕਰਕੇ ਦਰਸ਼ਨ ਕਰਦੀਆਂ ਨੇ, ਨਕਮਸਤਕ ਹੁੰਦੀਆਂ ਨੇ। ਉਹਨਾਂ ਸੰਗਤਾਂ ਦੇ ਦੁੱਖ ਰੋਗ ਜਿਹੜੇ ਨੇ, ਆਦਿ ਵਿਆਧੀ ਉਪਾਧੀ ਜਿਹੜੇ ਨੇ ਉਹ ਨਾਸ ਹੁੰਦੇ ਨੇ। ਇਹ ਪਾਵਨ ਧਰਤੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਵਿਛਾਈ ਹੋਈ। ਇੱਥੇ ਉਸ ਵਕਤ ਧੰਨ ਗੁਰੂ ਅਰਜਨ ਦੇਵ ਜੀ ਦੇ ਅਸਥਾਨਾਂ ਤੇ ਜਿਹੜਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਇੱਕ ਮਨਾਰਾ ਵੀ ਤਿਆਰ ਕੀਤਾ ਗਿਆ, ਜਿਹੜਾ ਸਰੋਵਰ ਦੇ ਨੁੱਕਰ ਤੇ ਸਰੋਵਰ ਦੇ ਕੰਢੇ ਤੇ ਮਨਾਰਾ ਹੈ ਉਹ ਵੀ ਅੱਜ ਦਰਸ਼ਨਯੋਗ ਹੈ। ਇਸ ਤੋਂ ਇਲਾਵਾ ਪਾਵਨ ਜਿਹੜਾ ਇਹ ਸਰੋਵਰ ਹੈ, ਇਸ ਦੇ ਵਿੱਚ ਵੀ ਗੁਰੂ ਕੀਆਂ ਸੰਗਤਾਂ ਦਰਸ਼ਨ ਕਰਦੀਆਂ, ਇਸ਼ਨਾਨ ਕਰਦੀਆਂ ਨੇ। ਇਸ਼ਨਾਨ ਕਰਕੇ ਤੇ ਆਪਣੀਆਂ ਇਸੇ ਤਰ੍ਹਾਂ ਮਨੋ ਭਾਵਨਾ ਪੂਰੀਆਂ ਕਰਦੀਆਂ ਨੇ। ਜਿਹੜਾ ਸਰਦਾਰ ਕੰਵਰ ਨੌ ਨਿਹਾਲ ਜੀ ਸਨ, ਉਹਨਾਂ ਨੇ ਇਸ ਪਾਵਨ ਸਰੋਵਰ ਦੀਆਂ ਸਾਰੀਆਂ ਪ੍ਰਕਰਮਾਂ ਨੂੰ ਪੱਕਿਆਂ ਕੀਤਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਇਸ ਪਾਵਨ ਅਸਥਾਨਾਂ 'ਤੇ ਜਿਹੜਾ ਵੀ ਸ਼ਰਧਾ ਭਾਵਨਾ ਦੇ ਨਾਲ ਨਕਮਸਤਕ ਹੋਵੇਗਾ, ਉਹਦੇ ਸਾਰੇ ਰੋਗ ਜਿਹੜੇ ਨੇ ਉਹ ਮਿਟ ਜਾਣਗੇ। ਅੱਜ ਵੀ ਇਹਨਾਂ ਸ਼ਬਦਾਂ ਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਸ਼ਬਦ ਨੇ ਉਹ ਬਿਲਕੁਲ ਕਹੇ ਹੋਏ ਬਚਨ ਸੱਚ ਹੁੰਦੇ ਨੇ।
ਜਿਵੇਂ ਜਿਵੇਂ ਵੀ ਗੁਰੂ ਕੀਆਂ ਸੰਗਤਾਂ ਨਕਮਸਤਕ ਹੁੰਦੀਆਂ ਨੇ ਤਿਵੇਂ ਤਿਵੇਂ ਹੀ ਸ਼ਰਧਾ ਭਾਵਨਾ ਦੇ ਨਾਲ ਸਾਰੀਆਂ ਸੰਗਤਾਂ ਦੇ ਦੁੱਖ ਤੇ ਰੋਗ ਖਤਮ ਹੁੰਦੇ ਨੇ। ਇਹ ਪਾਵਨ ਧਰਤੀ ਜਿਹੜੀ ਹੈ ਇਸ ਗੱਲ ਦਾ ਸੰਕੇਤ ਦਿੰਦੀ ਹੈ, ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ ਸ੍ਰੀ ਤਰਨ ਤਾਰਨ ਸਾਹਿਬ। ਤੇ ਇਸ ਪਵਿੱਤਰ ਅਸਥਾਨ ਨੂੰ ਜਿਹੜਾ ਪ੍ਰਚਲਿਤ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਨਾਮ ਦੇ ਉੱਤੇ ਪ੍ਰਚਲਿਤ ਹੈ। ਇਹ ਪਾਵਨ ਪਵਿੱਤਰ ਅਸਥਾਨ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਵਸਾਇਆ ਹੈ। ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਵਾਹਿਗੁਰੂ। ਗਿਆਨੀ ਸਤਪਾਲ ਜੀ, ਇੱਕ ਸਵਾਲ ਹੈ, ਇੱਥੇ ਮੰਜੀ ਸਾਹਿਬ ਗੁਰਦੁਆਰਾ ਵੀ ਹੈ, ਉਹਦੇ ਬਾਰੇ ਥੋੜਾ ਜਿਹਾ ਚਾਨਣ ਪਾਓ। ਮੰਜੀ ਸਾਹਿਬ ਇਸ ਨੂੰ ਗੁਰਦੁਆਰਾ ਮੰਜੀ ਸਾਹਿਬ ਨਾਮ ਦੇ ਨਾਲ ਪ੍ਰਚਲਿਤ ਹੈ। ਇਸ ਪਾਵਨ ਅਸਥਾਨ ਦਾ ਇਤਿਹਾਸ ਹੈ ਕਿ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਿੱਲੀ ਤੋਂ ਚੰਦੂ ਨੂੰ ਪਕੜ ਕਰਕੇ ਲੈ ਕੇ ਆਏ ਸਨ, ਆਉਂਦਿਆਂ ਹੋਇਆਂ ਜਦੋਂ ਦਿੱਲੀ ਤੋਂ ਇੱਧਰ ਆਏ ਨੇ ਉਦੋਂ ਤਰਨ ਤਾਰਨ ਸਾਹਿਬ ਜੀ ਦੀ ਧਰਤੀ ਤੇ ਇਸ ਪਵਿੱਤਰ ਅਸਥਾਨਾਂ ਤੇ ਚੰਦੂ ਨੂੰ ਨੱਥ ਵੀ ਪਾਈ ਸੀ, ਉਹਦੀਆਂ ਮੁਸ਼ਕਾਂ ਵੀ ਬੰਨੀਆਂ ਸਨ। ਤੇ ਇੱਥੇ ਲਿਆ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਪਾਤਸ਼ਾਹ ਜੀ ਇੱਥੇ ਰੁਕੇ ਸਨ, ਇੱਕ ਰਾਤ ਰਹੇ ਸਨ। ਉਹਦੇ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੱਗੇ ਚਲੇ ਗਏ ਸਨ। ਇਸ ਨੂੰ ਗੁਰਦੁਆਰਾ ਮੰਜੀ ਸਾਹਿਬ ਦਾ ਨਾਮ ਜਿਹੜਾ ਹੈ ਉਹ ਦਿੱਤਾ ਗਿਆ ਹੈ। ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਸਾਨੂੰ ਗੁਰਦੁਆਰਾ ਦਰਬਾਰ ਸਾਹਿਬ ਤਰਨ ਤਾਰਨ ਦੇ ਬਾਰੇ ਜਾਣਕਾਰੀ ਦਿੱਤੀ। ਪਿਆਰੇ ਦਰਸ਼ਕੋ, ਆਓ ਹੁਣ ਅੱਗੇ ਚੱਲੀਏ, ਇਸ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਬਹੁਤ ਬਹੁਤ ਧੰਨਵਾਦ ਜੀ ਆਪ ਤੁਹਾਡੇ ਫਾਸਟਵੇ ਚੈਨਲ ਵਾਲੇ ਸਾਰੀ ਟੀਮ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਵਾਹਿਗੁਰੂ ਵਾਹਿਗੁਰੂ। ਤਰਨ ਤਾਰਨ ਦਰਬਾਰ ਸਾਹਿਬ ਬੜੇ ਇਤਿਹਾਸਿਕ ਔਰ ਬੜੇ ਮਹੱਤਵਪੂਰਨ ਸਥਾਨ ਦੇ ਉੱਤੇ ਸਥਿਤ ਹੈ। ਇਹ ਸ਼ੇਰਸ਼ਾਹ ਸੂਰੀ ਮਾਰਗ ਜਿਹੜਾ ਲਾਹੌਰ ਤੋਂ ਦਿੱਲੀ ਨੂੰ ਜਾਂਦਾ ਸੀ ਪੁਰਾਣਾ, ਉਸ ਮਾਰਗ ਉੱਪਰ ਵਸਿਆ ਹੈ। ਅਗਰ ਅਸੀਂ ਅੰਮ੍ਰਿਤਸਰ ਤੋਂ ਵਾਹਗਾ ਬਾਰਡਰ ਤੋਂ ਸ਼ੁਰੂ ਹੋਈਏ ਤੇ ਸਰਾਏ ਅਮਾਨਤ ਖਾਂ ਤੋਂ ਹੁੰਦੇ ਹੋਏ ਜਿਸ ਵਕਤ ਅਸੀਂ ਚਬਾਲ ਦੇ ਕੋਲ ਪਹੁੰਚਦੇ ਹਾਂ, ਚਬਾਲ ਔਰ ਅੰਮ੍ਰਿਤਸਰ ਦੇ ਡਿਵਾਈਡਰ ਤੇ ਪਹੁੰਚਦੇ ਹਾਂ, ਉਸ ਤੋਂ ਅਸੀਂ ਅੱਗੇ ਨਿਕਲੀਏ ਤੇ ਤਰਨ ਤਾਰਨ ਨੂੰ ਆ ਜਾਂਦੇ ਹਾਂ। ਇਸ ਰਾਹ ਦੇ ਵਿੱਚ ਅਸੀਂ ਸ਼ੇਰਸ਼ਾਹ ਸੂਰੀ ਦੇ ਵਕਤ ਦੇ ਬਣਾਏ ਹੋਏ ਮੀਲ ਪੱਥਰ ਵੀ ਦੇਖ ਸਕਦੇ ਹਾਂ। ਤਰਨ ਤਾਰਨ ਨੂੰ ਪੁੱਜਣ ਦੇ ਬਾਅਦ ਇੱਥੋਂ ਅੱਗੇ ਨਿਕਲ ਕੇ ਗੋਇੰਦਵਾਲ ਦੀ ਪੁਲੀ ਵੱਲੋਂ ਜਾਂ ਹਰੀਕੇ ਪੱਤਨ ਵੱਲੋਂ ਅਸੀਂ ਕਪੂਰਥਲਾ ਦੇ ਨਾਲ ਹੁੰਦੇ ਹੋਏ ਨਕੋਦਰ ਤੋਂ ਦਿੱਲੀ ਵੱਲ ਨੂੰ ਪੁਰਾਣਾ ਰਸਤਾ ਸ਼ੇਰਸ਼ਾਹ ਸੂਰੀ ਮਾਰਗ ਸੀ ਜਿਹੜਾ ਪੈਂਦਾ ਸੀ। ਇਸ ਲਈ ਇਸ ਦੀ ਬੜੀ ਇਤਿਹਾਸਿਕ ਮਹੱਤਵਤਾ ਸੀ। ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ
ਅਸੀਂ ਸ਼੍ਰੀ ਸੱਚਖੰਡ ਤਰਨਤਾਰਨ ਦਰਬਾਰ ਸਾਹਿਬ ਦੇ ਨਾਲ ਥੱਲੇ ਵਸਿਆ ਭੋਰਾ ਸਾਹਿਬ, ਜਿਸ ਨੂੰ ਅਜਾਇਬ ਘਰ ਵੀ ਕਿਹਾ ਜਾਂਦਾ ਹੈ, ਉੱਥੇ ਖੜੇ ਹਾਂ। ਇਸ ਜਗ੍ਹਾ 'ਚ ਤੁਸੀਂ ਵੱਖ-ਵੱਖ ਕਿਸਮ ਦੀਆਂ ਤਸਵੀਰਾਂ ਦੇਖ ਸਕਦੇ ਹੋ ਜੋ ਗੁਰੂ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਨੇ। ਕਿਤੇ ਗੁਰੂ ਅਰਜਨ ਦੇਵ ਜੀ ਘੋੜੀ ਦਾ ਕੋੜ ਦੂਰ ਕਰਦੇ ਪਏ ਨੇ, ਕਿਸੇ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਇੱਟਾਂ ਦੀ ਦੀਵਾਰਾਂ ਵਿੱਚ ਚਿਣਵਾਇਆ ਜਾ ਰਿਹਾ ਹੈ, ਕਿਤੇ ਗੁਰੂ ਅਰਜਨ ਦੇਵ ਜੀ ਆਪਣਾ ਲੋਕਾਂ ਦੇ ਨਾਲ ਗੱਲਬਾਤ ਵਿਚਾਰ ਵਟਾਂਦਰਾ ਕਰ ਰਹੇ ਨੇ, ਕਿਤੇ ਬਾਬਾ ਬੁੱਢਾ ਜੀ ਨੂੰ ਬੈਠੇ ਦਿਖਾਇਆ ਗਿਆ ਹੈ। ਬੜੀ ਹੀ ਖੂਬਸੂਰਤ ਤਸਵੀਰਾਂ ਜੋ ਸਿੱਖ ਇਤਿਹਾਸ ਨੂੰ ਕਲਮ ਦੇ ਨਾਲ ਤੇ ਰੰਗਾਂ ਦੇ ਨਾਲ ਬੰਨ੍ਹਦੀਆਂ ਨੇ ਔਰ ਲੋਕਾਂ ਦੇ ਕੋਲ ਆਪਣਾ ਸੰਦੇਸ਼ ਪਹੁੰਚਾਉਣ ਦੇ ਵਿੱਚ ਸਫਲ ਯਤਨ ਕਰਦੀਆਂ ਨੇ। ਬੜਾ ਹੀ ਖੂਬਸੂਰਤ ਮਨ ਭਾਵਕ ਦ੍ਰਿਸ਼ ਬੰਦਾ ਦੇਖ ਕੇ ਇਸ ਦੇ ਇਤਿਹਾਸ ਨੂੰ ਦੁਹਰਾਉਂਦਾ ਹੈ ਔਰ ਇੱਕ ਵਾਰ ਫਿਰ ਸਿੱਖਾਂ ਦੇ ਬਲੀਦਾਨ ਦੇ ਇਤਿਹਾਸ ਵਿੱਚ ਖੋ ਜਾਂਦਾ ਹੈ। ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਮੇਰੇ ਨਾਲ ਨੇ ਨਿਹੰਗ ਸਿੱਖ ਜੋ ਬਾਬਾ ਬਕਾਲਾ ਤੋਂ ਆਏ ਨੇ। ਆਓ ਇਹਨਾਂ ਕੋਲੋਂ ਇਹਨਾਂ ਦੇ ਬਾਰੇ ਔਰ ਇੱਥੇ ਦੇ ਗੁਰਦੁਆਰੇ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਬਾਬਾ ਜੀ, ਸਾਨੂੰ ਆਪਣੇ ਬਾਰੇ ਔਰ ਇਸ ਗੁਰਦੁਆਰੇ ਦੇ ਬਾਰੇ ਜਾਣਕਾਰੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸਥਾਨ ਸਿੱਖਾਂ ਦੇ ਪੰਜਵੇਂ ਗੁਰਦੇਵ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਿਨਾਂ ਦੇ ਮੁਬਾਰਕ ਚਰਨ ਛੋਹ ਪ੍ਰਾਪਤ ਪਾਵਨ ਸਥਾਨ ਤਰਨਤਾਰਨ ਸਾਹਿਬ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਜੀ ਨੇ ਸਿੱਖ ਜਗਤ ਦੇ ਵਿੱਚ ਦੋ ਵੱਡੇ ਜਹਾਜ਼ ਤਿਆਰ ਕੀਤੇ। ਜਿਵੇਂ ਜਹਾਜ਼ ਦੇ ਉੱਪਰ ਚੜ੍ਹ ਕਰਕੇ ਸਮੁੰਦਰ ਨੂੰ ਪਾਰ ਕਰ ਜਾਈਦਾ ਹੈ, ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਔਰ ਪਾਵਨ ਸਰੋਵਰ ਸਾਹਿਬ, ਇਹ ਦੋ ਵੱਡੇ ਜਹਾਜ਼ ਤਿਆਰ ਕੀਤੇ ਹਨ। ਇਹਨਾਂ ਜਹਾਜ਼ਾਂ ਦੇ ਉੱਪਰ ਚੜ੍ਹ ਕਰਕੇ ਭਵਜਲ ਸੰਸਾਰ ਤੋਂ ਪਾਰ ਲੰਘ ਜਾਈਦਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਸ ਵਕਤ ਸੰਸਥਾਪਨਾ ਕੀਤੀ ਤਾਂ ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਜਿਹੜਾ ਪੜ੍ਹਿਆ ਲਿਖਿਆ ਹੈ ਉਹ ਤੇ ਗੁਰਾਂ ਦੀ ਗੁਰਬਾਣੀ ਪੜ੍ਹ ਕਰਕੇ ਆਪਣੇ ਆਪ ਨੂੰ ਸਫਲਿਆਂ ਕਰ ਲਵੇਗਾ, ਜਿਹੜੇ ਅਨਪੜ੍ਹ ਹਨ ਉਹਨਾਂ ਵਾਸਤੇ ਵੀ ਜਹਾਜ਼ ਤਿਆਰ ਕਰਨਾ ਚਾਹੀਦਾ ਹੈ। ਸੱਚੇ ਪਾਤਸ਼ਾਹ ਜੀ ਨੇ ਐਸਾ ਮਨ ਵਿੱਚ ਖਿਆਲ ਰੱਖ ਕਰਕੇ ਸਰੋਵਰ ਸਾਹਿਬ ਲਗਾਉਣ ਦੀ ਯੋਜਨਾ ਬਣਾਈ ਔਰ ਸੱਚੇ ਪਾਤਸ਼ਾਹ ਜੀ ਸਰਹਾਲੀ ਨਗਰ, ਸੁਰ ਸਿੰਘ ਨਗਰ, ਇਹਨਾਂ ਨਗਰਾਂ ਵਿੱਚ ਗਏ। ਖਿਆਲ ਕੀਤਾ ਵੀ ਇਹਨਾਂ ਨਗਰਾਂ ਵਿੱਚ ਇਹ ਜਹਾਜ਼ ਲਗਾ ਦਈਏ, ਪਰ ਉੱਥੋਂ ਦਿਆਂ ਚੌਧਰੀਆਂ ਨੇ ਸੱਚੇ ਪਾਤਸ਼ਾਹ ਜੀ ਦੀ ਇਸ ਜੋ ਪਾਵਨ ਸੋਚ ਸੀ ਉਹਦੇ ਉੱਪਰ ਹਾਮੀ ਨਾ ਭਰੀ ਔਰ ਮਹਾਰਾਜ ਸਾਹਿਬ ਜੀ ਇਸ ਤਰਨਤਾਰਨ ਸਾਹਿਬ ਦੇ ਅਸਥਾਨ ਉੱਪਰ ਆਏ। ਇੱਥੋਂ ਦੇ ਚੌਧਰੀਆਂ ਦਾ ਆਪਸ ਵਿੱਚ ਝਗੜਾ ਸੀ। ਸੱਚੇ ਪਾਤਸ਼ਾਹ ਜੀ ਨੇ ਵਿੱਚ ਹੋ ਕਰਕੇ ਉਹ ਝਗੜਾ ਨਿਬੇੜਿਆ ਔਰ ਇਹ ਜ਼ਮੀਨ ਮੁੱਲ ਖਰੀਦੀ ਔਰ ਇਸ ਅਸਥਾਨ ਦੇ ਉੱਪਰ ਖੁਦਾਈ ਕਰਵਾਈ ਔਰ ਗੁਰੂ ਗਰੀਬ ਨਵਾਜ ਜੀ ਨੇ ਇਹ ਸਰੋਵਰ ਸਾਹਿਬ ਲਗਾਇਆ ਔਰ ਇਹਦਾ ਨਾਮ ਰੱਖਿਆ ਤਰਨ ਤਾਰਨ। ਤਰਨ ਕਹਿੰਦੇ ਆ ਜਹਾਜ਼ ਨੂੰ ਤੇ ਤਾਰਨ ਕਹਿੰਦੇ ਤਾਰਨ ਵਾਲੇ ਨੂੰ, ਜਿਹੜਾ ਭਵਜਲ ਸੰਸਾਰ ਤੋਂ ਤਾਰ ਦਵੇ, ਐਸਾ ਜਹਾਜ਼ ਸੱਚੇ ਪਾਤਸ਼ਾਹ ਜੀ ਨੇ ਇਹ ਤਿਆਰ ਕੀਤਾ ਔਰ ਇੱਥੇ ਮਹਾਰਾਜ ਨੇ ਵਰਦਾਨ ਦਿੱਤਾ, ਜਿਹੜਾ ਇੱਥੇ ਆ ਕਰਕੇ ਇਸ਼ਨਾਨ ਕਰੇਗਾ ਉਹ ਭਵਜਲ ਸੰਸਾਰ ਤੋਂ ਪਾਰ ਹੋ ਨਿਬੜੇਗਾ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਵੀ ਇਸ ਪਾਵਨ ਸਥਾਨ ਤੇ ਆਏ ਔਰ ਇੱਥੇ ਸੱਚੇ ਪਾਤਸ਼ਾਹ ਜੀ ਵਰਦਾਨ ਬਖਸ਼ ਕੇ ਗਏ। ਸਿੱਖ ਮਿਸਲਾਂ ਦੇ ਵੇਲੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਔਰ ਤਰਨੇ ਦਲ ਦੇ ਜਥੇਦਾਰ ਵੀ ਇਸ ਸਥਾਨ ਤੇ ਆਉਂਦੇ ਰਹੇ। ਪਰ ਕਰਮਾਂ ਦੇ ਵਿੱਚ ਬਾਬਾ ਨੈਣਾ ਸਿੰਘ ਜੀ, ਬਾਬਾ ਤਪਾ ਸਿੰਘ ਜੀ, ਉਹਨਾਂ ਦੇ ਪਾਵਨ ਸਥਾਨ ਹੈ। ਔਰ ਸਿੱਖ ਮਿਸਲਾਂ ਦੇ ਵੇਲੇ ਦੀ ਗੱਲ ਇੱਕ ਮੈਂ ਤੁਹਾਨੂੰ ਇੱਥੋਂ ਦੱਸਾਂ
ਇੱਥੇ ਇੱਕ ਵਾਰ ਸਮੁੱਚਾ ਗੁਰੂ ਕਾ ਪੰਥ ਖਾਲਸਾ ਇਕੱਠਾ ਹੋਇਆ ਸੀ। ਬਾਬਾ ਨੈਣਾ ਸਿੰਘ, ਬਾਬਾ ਤਪਾ ਸਿੰਘ ਜੋ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਜਥੇਦਾਰ ਸਨ, ਔਰ ਇੱਕ ਗੁਰੂ ਕੇ ਗਰੀਬ ਸਿੱਖ ਨੇ ਆ ਕੇ ਬੇਨਤੀ ਕੀਤੀ, ਮੇਰੀ ਧੀ ਹੈ, ਕੁਵਾਰੀ ਹੈ, ਕਰੂਪ ਹੈ, ਗਰੀਬ ਹਾਂ, ਕੋਈ ਰਿਸ਼ਤਾ ਨਹੀਂ ਲੈਂਦਾ, ਆਪ ਗੁਰੂ ਪੰਥ ਖਾਲਸਾ ਇਹਨੂੰ ਪ੍ਰਵਾਨ ਕਰੋ। ਸਾਰਿਆਂ ਨੇ ਨੀਵੀਆਂ ਪਾ ਲਈਆਂ, ਕੋਈ ਵੀ ਰਿਸ਼ਤਾ ਲੈਣ ਨੂੰ ਤਿਆਰ ਨਾ ਹੋਇਆ। ਤਾਂ ਉਸ ਵਕਤ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਮੀਰ ਜਥੇਦਾਰ ਬਾਬਾ ਤਪਾ ਸਿੰਘ ਜੀ, ਉਹਨਾਂ ਨੇ ਉਹ ਰਿਸ਼ਤੇ ਨੂੰ ਕਬੂਲ ਕੀਤਾ। ਉਹਦੇ ਨਾਲ ਉਹਨਾਂ ਨੇ ਆਪਣਾ ਆਨੰਦ ਪੜਾਇਆ ਵੀ ਗਰੀਬ ਹੈ, ਗਰੀਬ ਜਾਣ ਕੇ ਇਹਦੀ ਧੀ ਦਾ ਰਿਸ਼ਤਾ ਨਹੀਂ ਲੈਂਦੇ, ਗੁਰੂ ਕੇ ਖਾਲਸੇ ਦੀ ਸ਼ਰਨ ਵਿੱਚ ਆਇਆ ਹੈ ਤੇ ਮੈਂ ਇਹਦਾ ਰਿਸ਼ਤਾ ਲੈਣਾ ਹਾਂ। ਔਰ ਇਹੋ ਜਿਹੀਆਂ ਇੱਥੇ ਘਟਨਾਵਾਂ ਗੁਰਦੁਆਰੇ ਦੇ ਆਲੇ ਦੁਆਲੇ ਮਹਾਂਪੁਰਸ਼ਾਂ ਦੇ ਅਸਥਾਨ ਨੇ, ਔਰ ਇਹ ਪਾਵਨ ਅਸਥਾਨ ਹੈ। ਇਸ ਅਸਥਾਨ ਦੇ ਉੱਪਰ ਜਿਹੜਾ ਵੀ ਭਾਵਨਾ ਕਰਕੇ ਸ਼ਰਧਾ ਕਰਕੇ ਆਉਂਦਾ ਹੈ ਉਹ ਭਵਜਲ ਸੰਸਾਰ ਤੋਂ ਪਾਰ ਹੋ ਨਿਬੜਦਾ ਹੈ। ਔਰ ਜੋ ਕਿ ਸਮੇਂ ਦੀ ਉਦਾਹਰਨ ਮੈਂ ਇਹ ਆਪ ਸੰਗਤਾਂ ਦੇ ਨਾਲ ਸ਼ੇਅਰ ਕਰਨੀ ਚਾਹੁੰਦਾ। ਸਾਡੇ ਤਾਇਆ ਜੀ ਉਹ ਹਰੇਕ 14 ਦੇ ਇੱਥੇ ਇਸ਼ਨਾਨ ਕਰਨ ਆਉਂਦੇ ਸੀ। ਕੱਲ੍ਹ ਉਹਨਾਂ ਦਾ ਦੁਸ਼ਹਿਰਾ ਹੈ, ਭੋਗ ਹੈ, ਤੇ ਉਹਨਾਂ ਦੀ ਇਹ ਭਾਵਨਾ ਹੁੰਦੀ ਸੀ ਕਿ ਜਦੋਂ ਮੈਂ ਜਾਵਾਂ ਮੈਂ ਕਿਸੇ ਕੋਲ ਪਾਣੀ ਦਾ ਘੁੱਟ ਬਣਾ ਪੀਵਾਂ, ਸੱਚੇ ਪਾਤਸ਼ਾਹ ਮੈਂ ਤੇਰੇ ਦਰ ਤੇ ਇਸ਼ਨਾਨ ਕਰਦਾ। ਜਦੋਂ ਭਵਜਲ ਸੰਸਾਰ ਤੋਂ ਗਏ, ਇੱਕਦਮ ਅਟੈਕ ਹੋਇਆ, ਭਵਜਲ ਸੰਸਾਰ ਤੋਂ ਗਏ, ਪਾਣੀ ਦਾ ਘੁੱਟ ਵੀ ਨਹੀਂ ਮੰਗਿਆ। ਇਹ ਉਹਨਾਂ ਦੀ ਅਰਦਾਸ ਇਹ ਸਥਾਨ ਦੇ ਉੱਪਰ ਪੂਰਿਆ ਹੋਈ। ਐਸਾ ਇਹ ਪਾਵਨ ਸਿੱਖਾਂ ਦਾ ਧਾਰਮਿਕ ਆਸਥਾ ਭਰਿਆ ਅਸਥਾਨ ਹੈ। ਇੱਥੋਂ ਸਰੋਵਰ ਸਾਹਿਬ ਤੋਂ ਦੀ ਜਿਹੜੀ ਚਿੜੀ ਵੀ ਕੂਚ ਕਰਕੇ ਲੰਘ ਜਾਂਦੀ ਇੱਧਰੋਂ ਉੱਧਰ ਨੂੰ, ਉਹ ਵੀ ਭਵਜਲ ਸੰਸਾਰ ਤੋਂ ਤਰ ਜਾਂਦੀ ਹੈ। ਔਰ ਇਸ ਸਥਾਨ ਤੇ ਦਰਸ਼ਨ ਕਰਨ ਵਾਸਤੇ ਲੱਖਾਂ ਦੀ ਤਾਦਾਦ ਵਿੱਚ 14 ਮੱਸਿਆ ਤੇ ਸੰਗਤਾਂ ਆਉਂਦੀਆਂ, ਗਾਹੇ ਬਗਾਏ ਵੀ। ਅਸੀਂ ਵੀ ਅੱਜ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸਿੰਘ ਹੋਣ ਦੇ ਨਾਂ ਤੇ ਦਰਸ਼ਨ ਦੀਦਾਰ ਕਰਨ ਵਾਸਤੇ ਆਏ ਹਾਂ ਜੀ। ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ। ਅਸੀਂ ਪਰਿਕਰਮਾ ਦੇ ਵਿੱਚ ਸਥਾਪਿਤ ਅਮਰ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦੇ ਗੁਰਦੁਆਰੇ ਮੌਜੂਦ ਹਾਂ। ਮੇਰੇ ਨਾਲ ਨੇ ਇੱਥੇ ਦੇ ਮੁੱਖ ਗ੍ਰੰਥੀ। ਆਓ ਉਹਨਾਂ ਕੋਲੋਂ ਇੱਥੇ ਦਾ ਇਤਿਹਾਸ ਜਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਅਮਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਅਸਥਾਨ ਪਰਿਕਰਮਾ ਦੇ ਵਿੱਚ ਲਹਿੰਦੀ ਬਾਈ। ਧੰਨ ਧੰਨ ਅਮਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਇਹ ਅਸਥਾਨ ਮਹਾਰਾਜ ਰਣਜੀਤ ਸਿੰਘ ਉਹਨੇ ਆਪਣੇ ਹੱਥੀਂ ਇਹ ਅਸਥਾਨ ਤਿਆਰ ਕਰਵਾਇਆ ਸੀਗਾ ਜੀ। ਇਹਨਾਂ ਦੀ ਸ਼ਹਾਦਤ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਪਾਕਿਸਤਾਨ ਹੋਈ ਸੀਗੀ, ਔਰ ਅਟਕ ਦਰਿਆ ਕਿਨਾਰੇ ਬਾਬਾ ਜੀ ਦਾ ਸੰਸਕਾਰ ਕਰਕੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਰਾਖ ਲਿਆ ਕੇ ਇਸ ਅਸਥਾਨ 'ਤੇ ਮਹਾਰਾਜ ਰਣਜੀਤ ਸਿੰਘ ਜੀ ਨੇ ਉਹਨਾਂ ਦੀ ਯਾਦਗਾਰ ਵਜੋਂ ਇਹ ਅਸਥਾਨ ਬਣਾਇਆ ਹੈ। ਇਹਨਾਂ ਦੀ ਅੰਸ਼ ਵੰਸ਼ ਸਰਦਾਰ ਹਰਿੰਦਰ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ, ਉਹਨਾਂ ਦਾ ਜੱਦ ਦੇ ਵਿੱਚੋਂ ਅੰਸ਼ ਵੰਸ਼ ਚੱਲਦੀ ਆ ਰਹੀ ਹੈ। ਉਹਨਾਂ ਦੀ ਜਿਹੜੀ ਦੇਖਭਾਲ ਉਹ ਕਰਦੇ ਨੇ। ਅਸੀਂ ਸੇਵਾਦਾਰ ਵਜੋਂ ਇੱਥੇ ਸੇਵਾ ਨਿਭਾ ਰਹੇ ਹਾਂ। ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸ਼ਹਾਦਤ ਦਿਹਾੜਾ ਚੇਤ ਦੀ ਸੰਗਰਾਂਦ ਨੂੰ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ। ਇੱਥੋਂ ਆਪ ਸਰਦਾਰ ਹਰਿੰਦਰ ਸਿੰਘ ਜੀ ਆਪ ਕੈਨੇਡਾ ਤੋਂ ਆਣ ਕੇ ਆਪਣੇ ਹੱਥੀਂ ਉਹਨਾਂ ਦਾ ਇੱਥੇ ਆਣ ਕੇ ਸ਼ਹੀਦੀ ਦਿਹਾੜਾ ਮਨਾ ਕੇ ਜਾਂਦੇ ਹਨ। ਔਰ ਇੱਥੇ ਪਰਿਕਰਮਾ ਦੇ ਵਿੱਚ ਸ਼ੋਭਤ ਦਰਬਾਰ ਹੈ। ਇਹ ਇੱਥੋਂ ਦੇ ਅਸਥਾਨ ਦਾ ਇਤਿਹਾਸ ਹੈ ਜੀ। ਬਾਬਾ ਜੀ ਸਾਨੂੰ ਥੋੜਾ ਜਿਹਾ ਬਾਬਾ ਬੁੱਢਾ ਜੀ ਦੇ ਬਾਰੇ ਵੀ ਦੱਸੋਗੇ? ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਅਸਥਾਨ ਜੋ ਇੱਥੋਂ 18 ਕਿਲੋਮੀਟਰ ਦੂਰ ਹੈ ਝਬਾਲ ਸਾਈਡ 'ਤੇ, ਔਰ ਬਾਬਾ ਬੁੱਢਾ ਜੀ ਦਾ ਅਸਥਾਨ ਉੱਥੇ
ਸ਼ੋਭਤ ਹੈ, ਕਿਉਂ ਉੱਥੇ ਬਾਬਾ ਬੁੱਢਾ ਸਾਹਿਬ ਜੀ ਆਪਣੀ ਸੁੱਚੀ ਕਿਰਤ ਕਰਦੇ ਸਨ ਖੇਤੀਬਾੜੀ ਦੀ। ਜਦੋਂ ਮਾਤਾ ਗੰਗਾ ਜੀ ਆਪਣੇ ਪੁੱਤਰ ਦੀ ਦਾਤ ਲੈਣ ਵਾਸਤੇ ਉੱਥੋਂ ਗਏ ਰੱਥ 'ਤੇ ਚੜ੍ਹ ਕੇ, ਤੇ ਬਾਬਾ ਜੀ ਨੇ ਸਰਾਫ ਦੇ ਦਿੱਤਾ ਸੀ ਵੀ ਇਹ ਗੁਰੂ ਘਰਾਂ ਨੂੰ ਕੀ ਭਾਜਣਾ ਪੈ ਗਈਆਂ। ਉੱਥੋਂ ਮਾਤਾ ਜੀ ਗੰਗਾ ਜੀ ਸਰਾਫ ਲੈ ਕੇ ਆ ਗਏ ਸਨ। ਉਸ ਤੋਂ ਬਾਅਦ ਪਾਤਸ਼ਾਹ ਨੇ ਆਖਿਆ ਵੀ ਤੁਸੀਂ ਕਿਸ ਤਰ੍ਹਾਂ ਗਏ ਹੋ? ਉਹ ਕਿ ਅਸੀਂ ਰੱਥ 'ਤੇ ਚੜ੍ਹ ਕੇ ਗਏ ਸੀਗੇ ਜੀ। ਉਹ ਕਹਿੰਦੇ ਨਹੀਂ, ਤੁਸੀਂ ਮਿੱਸੇ ਪ੍ਰਸ਼ਾਦੇ ਅਤੇ ਨਾਲ ਲੱਸੀ, ਅਚਾਰ, ਗੰਢਾ ਲੈ ਕੇ ਜਾਓ ਬਾਬਾ ਜੀ ਦੇ, ਅਤੇ ਉੱਥੇ ਜਾ ਕੇ ਬਾਬਾ ਜੀ ਕੋਲ ਅਰਦਾਸ ਬੇਨਤੀ ਕਰਾਓ। ਉੱਥੇ ਅੱਜ ਵੀ ਉਹੀ ਪਰੰਪਰਾ ਜਿਹੜੀ ਚੱਲਦੀ ਆ ਰਹੀ ਹੈ। ਫਿਰ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਅਰਦਾਸ ਬੇਨਤੀ ਦੇ ਨਾਲ ਵਰ ਦੇ ਨਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ। ਉਹ ਅੱਜ ਵੀ ਉੱਥੇ ਬਹੁਤ ਸੰਗਤ ਜਾਂਦੀ ਦੇਸ਼ ਵਿਦੇਸ਼ ਤੋਂ, ਔਰ ਉੱਥੇ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਹਨ ਬਾਬਾ ਬੁੱਢਾ ਸਾਹਿਬ ਜੀ ਅਸਥਾਨ 'ਤੇ। ਅੱਜ ਵੀ ਉੱਥੇ ਬਹੁਤ ਹੀ ਮੇਲੇ ਲੱਗਦੇ ਹਨ। ਵਾਹਿਗੁਰੂ ਸਤਨਾਮ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ, ਵਾਹਿਗੁਰੂ। ਅਸੀਂ ਇਸ ਵੇਲੇ ਪਰਿਕਰਮਾ ਵਿੱਚ ਬਣੇ ਬਾਬਾ ਨੈਣਾ ਸਿੰਘ ਦੇ ਦਰਬਾਰ ਜੀ ਦੇ ਅੱਗੇ ਖੜੇ ਹਾਂ। ਆਓ ਗ੍ਰੰਥੀ ਜਗਰੂਪ ਸਿੰਘ ਕੋਲੋਂ ਇਹਨਾਂ ਦੇ ਬਾਰੇ ਜਾਣਕਾਰੀ ਲਈਏ। ਸਰ, ਸਾਨੂੰ ਇਸ ਬਾਰੇ ਜਾਣਕਾਰੀ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜੋ ਇਹ ਪਾਵਨ ਸਥਾਨ ਮਹਾਂਪੁਰਖ ਬਾਬਾ ਨੈਣਾ ਸਿੰਘ ਜੀ ਦਾ ਹੈ, ਜਿਨ੍ਹਾਂ ਦੀ ਸਾਡੀ ਸਿੱਖ ਕੌਮ ਨੂੰ ਬੜੀ ਵੱਡੀ ਦੇਣ ਆ। ਬਾਬਾ ਨੈਣਾ ਸਿੰਘ ਜੀ ਉਹ ਮਹਾਨ ਹਸਤੀ ਹੋਏ ਨੇ ਜਿਨ੍ਹਾਂ ਨੇ ਸਿੱਖ ਕੌਮ ਦੇ ਇੱਕ ਮਹਾਨ ਸੂਰਮੇ ਬਹਾਦਰ ਯੋਧੇ ਬਾਬਾ ਕਾਲੀ ਫੂਲਾ ਸਿੰਘ ਜੀ ਨੂੰ ਸ਼ਸਤਰ ਵਿਦਿਆ ਦਿੱਤੀ ਸੀ। ਸੋ ਜਦ ਬਾਬਾ ਕਾਲੀ ਫੂਲਾ ਸਿੰਘ ਜੀ, ਉਹਨਾਂ ਦੇ ਪਿਤਾ ਬਾਬਾ ਈਸ਼ਰ ਸਿੰਘ ਜੀ ਆਪਣੇ ਆਖਰੀ ਸਮੇਂ ਦੇ ਮੌਤ ਦੇ ਕੋਲ ਪਹੁੰਚੇ ਸਨ, ਤੇ ਉਹਨਾਂ ਦੇ ਮਨ ਦੀ ਇੱਛਾ ਸੀ ਕਿ ਕੌਮ ਦਾ ਜਥੇਦਾਰ ਮੇਰੇ ਅੰਤਲੇ ਸਮੇਂ ਮੇਰੇ ਕੋਲ ਹੋਵੇ। ਤੇ ਉਹਨਾਂ ਨੇ ਆਪਣੇ ਨਗਰ ਦੀ ਸੰਗਤ ਨੂੰ ਬੇਨਤੀ ਕੀਤੀ ਕਿ ਮੇਰਾ ਜਿਹੜਾ 1.5 ਸਾਲ ਦਾ ਭਚੰਗੀ ਆ ਬਾਬਾ ਕਾਲੀ ਫੂਲਾ ਸਿੰਘ, ਇਹਨੂੰ ਉਸ ਜਥੇਦਾਰ ਦੀ ਗੋਦੀ ਦੇ ਵਿੱਚ ਪਾਉਣਾ। ਸੋ ਇਸ ਮਹਾਨ ਯੋਧੇ ਨੇ ਸਾਡੇ ਕੌਮ ਦੇ ਜਥੇਦਾਰ ਕਾਲੀ ਫੂਲਾ ਸਿੰਘ ਦੀ ਪਰਵਰਿਸ਼ ਕੀਤੀ, ਸ਼ਸਤਰ ਵਿਦਿਆ ਦਿੱਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦਿੱਤੀ। ਸੋ ਇਹ ਬਾਬਾ ਨੈਣਾ ਸਿੰਘ ਜੀ ਦੀ ਸਾਡੀ ਸਿੱਖ ਕੌਮ ਨੂੰ ਦੇਣ ਆ। ਸੋ ਇਸ ਸਥਾਨ ਬਾਰੇ ਸਰਬੱਤ ਸਾਧ ਸੰਗਤ ਨੂੰ ਘੱਟ ਹੀ ਜਾਣਕਾਰੀ ਆ। ਸੋ ਸਾਧ ਸੰਗਤ ਦੀ ਜਿਹੜਾ ਪਾਵਨ ਸਥਾਨ ਆ, ਇਸ ਸਥਾਨ ਤੇ ਬਾਬਾ ਨੈਣਾ ਸਿੰਘ ਜੀ ਜ਼ਿਆਦਾਤਰ ਰਿਹਾਇਸ਼ ਆਨੰਦਪੁਰ ਸਾਹਿਬ ਰੱਖਦੇ ਸਨ। ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਆਉਂਦੇ ਸਨ, ਉਦੋਂ ਕੁਝ ਸਮਾਂ ਇੱਥੇ ਆਣ ਕੇ ਠਹਿਰਦੇ ਸਨ। ਸੋ ਇਹ ਸਥਾਨ ਉਹਨਾਂ ਦੇ ਨਾਲ ਸੰਬੰਧ ਰੱਖਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਤਨਾਮ ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ ਸਤਨਾਮ ਵਾਹਿਗੁਰੂ, ਵਾਹਿਗੁਰੂ
सतनाम वाहेगुरु 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 सतनाम वाहेगुरु। ਤਰਨਤਾਰਨ ਦਰਬਾਰ ਸਾਹਿਬ ਦੇ ਲੰਗਰ ਘਰ ਦੇ ਬਾਹਰ ਖੜੇ ਹਾਂ। ਲੋਕੀ ਇੱਥੇ ਮੱਥਾ ਟੇਕਣ ਦੇ ਬਾਅਦ ਲੰਗਰ ਛਕਦੇ ਨੇ ਔਰ ਸੇਵਾ ਭਾਵ ਨਾਲ ਇੱਥੇ ਆ ਕੇ ਗੁਰੂ ਦਾ ਪ੍ਰਸ਼ਾਦ ਸਮਝ ਕੇ ਇਸ ਨੂੰ ਪ੍ਰਸ਼ਾਦ ਲੈਂਦੇ ਨੇ। ਇਹ ਹੈ ਦਰਬਾਰ ਸਾਹਿਬ ਦੇ ਵਿੱਚ ਕੀਤੀ ਜਾ ਰਹੀ ਸੇਵਾ, ਨਿਸ਼ਕਾਮ ਸੇਵਾ, ਜਿਸ ਦਾ ਕੋਈ ਅੰਤ ਨਹੀਂ ਔਰ ਜਿਸ ਦਾ ਕੋਈ ਮੋਲ ਨਹੀਂ। ਇਹੀ ਹੈ ਤਰਨਤਾਰਨ ਗੁਰਦੁਆਰਾ ਦਰਬਾਰ ਸਾਹਿਬ ਦੀ ਇਸ ਸਾਰੇ ਸਮਾਜ ਨੂੰ ਦੇਣ। ਇੱਕ ਹੋ ਕੇ ਮਿਲ ਜੁਲ ਕੇ ਰਹੀਏ, ਮਿਲ ਜੁਲ ਕੇ ਬੈਠੀਏ ਅਤੇ ਵੰਡ ਸਕੀਏ। वाहेगुरु वाहेगुरु सतनाम वाहेगुरु 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 सतनाम वाहेगुरु। ਫਾਸਵੇ ਦੇ ਪਿਆਰੇ ਦਰਸ਼ਕੋ, ਅੱਜ ਅਸੀਂ ਤੁਹਾਨੂੰ ਤਰਨਤਾਰਨ ਦਰਬਾਰ ਸਾਹਿਬ ਬਾਰੇ ਜਾਣਕਾਰੀ ਦਿੱਤੀ। ਅਸੀਂ ਇਸ ਵੱਡੀ ਪਰਿਕਰਮਾ ਦਾ ਪੂਰਾ ਚੱਕਰ ਲਿਆ। ਆਪਣੇ ਆਪ ਦੇ ਵਿੱਚ ਇਹ ਉਹ ਜਗ੍ਹਾ, ਆਪਾਂ ਪਹਿਲੇ ਵੀ ਤੁਹਾਨੂੰ ਕਿਹਾ, ਧਾਰਮਿਕ ਸਥਲ ਉਹ ਜਗ੍ਹਾ ਹੁੰਦੀ ਹੈ ਜਿਹੜੀ ਆਸਥਾ ਦੇ ਉੱਤੇ ਖੜੀ ਹੈ। ਧਰਮ ਆਸਥਾ ਨਾਲ ਜੁੜਿਆ ਹੈ ਔਰ ਆਸਥਾ ਉਦੋਂ ਮਜ਼ਬੂਤ ਹੁੰਦੀ ਹੈ ਜਦੋਂ ਇੱਥੇ ਆਏ ਲੋਕ ਆਪਣੀ ਮਨੋਕਾਮਨਾ ਪੂਰੀਆਂ ਕਰ ਪਾਉਂਦੇ ਨੇ, ਆਪਣੀ ਅਰਦਾਸ ਪੂਰੀ ਪਾਉਂਦੇ ਨੇ, ਜੋ ਉਹਨਾਂ ਦੇ ਦੁੱਖ ਦਰਦ ਨੇ ਉਹ ਕੱਟ ਜਾਂਦੇ ਨੇ। ਸੋ ਪਿਆਰੇ ਦਰਸ਼ਕੋ, ਮੈਨੂੰ ਆਸ ਹੈ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਏਗਾ ਔਰ ਅਗਲੀ ਵਾਰ ਫਿਰ ਇੱਕ ਨਵਾਂ ਲੜੀਵਾਰ ਪ੍ਰੋਗਰਾਮ ਇਤਿਹਾਸਿਕ ਅੰਮ੍ਰਿਤਸਰ ਦੀ ਕੜੀ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਹੁਣ ਮੈਨੂੰ ਤੇ ਮੇਰੇ ਕੈਮਰਾਮੈਨ ਰਕੇਸ਼ ਕੁਮਾਰ ਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਬਹੁਤ ਬਹੁਤ ਧੰਨਵਾਦ। वाहेगुरु वाहेगुरु सतनाम